ਸਤਿ ਸ਼੍ਰੀ ਅਕਾਲ ਜੀ। ਆਈ ਹੋਪ ਐਵਰੀਵਨ ਇਜ਼ ਫਾਈਨ। ਆਸ ਕਰਦਾ ਮੈਂ ਸਾਰੇ ਤੰਦਰੁਸਤ ਤੇ ਚੜ੍ਹਦੀ ਕਲਾ 'ਚ ਹੋਵੋਗੇ। ਦ ਵੇ ਇਨਸੀਡੈਂਟਸ ਆ ਅਨਫੋਲਡਿੰਗ, ਜਿਵੇਂ ਘਟਨਾਵਾਂ ਜੋ ਵਾਪਰ ਰਹੀਆਂ ਤੇ ਜਿਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ 'ਚ ਸਾਡੇ ਸਾਹਮਣੇ ਆ ਰਹੀਆਂ, ਉਸ ਸੰਦਰਭ 'ਚ ਉਸ ਕੌਨਟੈਕਸਟ 'ਚ ਵੀ ਅੱਜ ਰੂਬਰੂ ਹੋਇਆ। ਬੜਾ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਸਰਦਾਰ ਸੁਖਪਾਲ ਸਿੰਘ ਖਹਿਰਾ, ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ। ਹੁਣ ਦੂਜੇ ਪਾਸੇ ਕਾਂਗਰਸ ਜਿਹੜੀ ਕਿ ਪੰਜਾਬ 'ਚ ਪਾਵਰ 'ਚ ਆ, ਸੱਤਾ 'ਚ ਆ, ਸੂਬੇ ਦੀ ਪਾਵਰ ਉਹਨਾਂ ਕੋਲੇ ਆ, ਸੂਬੇਦਾਰੀ ਜਿਹੜੀ ਚਾਹੇ ਹੈ ਲੰਗੜੀ ਉਹਨਾਂ ਕੋਲੇ ਆ। ਸੋ ਉਹਨਾਂ ਦਾ ਕੋਈ ਇਸ ਗੱਲ ਤੇ ਸਟੈਂਡ ਨਹੀਂ ਆਉਂਦਾ। ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ, ਇਸ ਗੱਲ ਨੂੰ ਆਪਾਂ ਬਹੁਤ ਧਿਆਨ ਨਾਲ ਸਮਝਣਾ। ਚਾਹੇ ਕੌਨਫਲਿਕਟ ਪੋਲੀਟਿਕਸ ਹੋਵੇ, ਸੰਘਰਸ਼ ਦੀ ਪੋਲੀਟਿਕਸ ਹੋਵੇ, ਜਾਂ ਮੇਨ ਸਟ੍ਰੀਮ ਪੋਲੀਟਿਕਸ ਜਿਹੜੀ ਵੋਟ ਪੋਲੀਟਿਕਸ ਆ ਉਹ ਹੋਵੇ, ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰਕੇ ਸੈਂਟਰ ਨੇ ਜਾਂ ਬੀਜੇਪੀ ਸਰਕਾਰ ਨੇ ਇਹ ਗੱਲ ਸਾਨੂੰ ਸਮਝਣ ਲਈ ਇੱਕ ਇਸ਼ਾਰਾ ਕੀਤਾ ਵੀ ਕੋਈ ਵੀ ਬੰਦਾ, ਚਾਹੇ ਕੌਨਫਲਿਕਟ ਪੋਲੀਟਿਕਸ ਦਾ ਬੰਦਾ ਹੋਵੇ ਜਾਂ ਉਹ ਬੰਦਾ ਮੇਨ ਸਟ੍ਰੀਮ ਪੋਲੀਟਿਕਸ ਦਾ ਹੋਵੇ, ਜਿਹੜੀ ਵੋਟ ਪੋਲੀਟਿਕਸ ਆ ਉਹਦਾ ਹੋਵੇ, ਜੇ ਪੰਜਾਬ ਪੱਖੀ ਗੱਲ ਕਰੂਗਾ ਤੇ ਅਸੀਂ ਉਹਨੂੰ ਕੋਈ ਸਪੇਸ ਨਹੀਂ ਦੇਵਾਂਗੇ, ਕੋਈ ਜਗ੍ਹਾ ਨਹੀਂ ਦੇਵਾਂਗੇ। ਹੁਣ ਇਹ ਗੱਲ ਨੂੰ ਆਪਾਂ ਥੋੜ੍ਹਾ ਜਿਹਾ ਕਿਸੇ ਲੌਜਿਕ ਦੇ ਨਾਲ ਜਾਂ ਕਿਸੇ ਤੱਥਾਂ ਦੇ ਆਧਾਰ ਤੇ ਸਮਝਦੇ ਹਾਂ। ਮੇਨ ਸਟ੍ਰੀਮ ਪੋਲੀਟਿਕਸ 'ਚ ਕੁਛ ਕੁ ਬੰਦੇ ਆ ਜਿਹੜੇ ਪੰਜਾਬ ਪੱਖੀ ਗੱਲ ਕਰਦੇ ਆ, ਜਾਂ ਪੰਜਾਬ ਦੇ ਜਿਹੜੇ ਅਸਲ ਮਸਲੇ ਆ ਉਹਨਾਂ ਤੇ ਉਹਨਾਂ ਨੇ ਹਮੇਸ਼ਾ ਗੱਲ ਕੀਤੀ ਆ। ਉਹਨਾਂ 'ਚੋਂ ਇੱਕ ਨਾਂ ਸਰਦਾਰ ਸੁਖਪਾਲ ਸਿੰਘ ਖਹਿਰਾ। ਉਹਨਾਂ ਨੇ ਹਮੇਸ਼ਾ ਸਾਡੇ ਨਾਲ ਖੜ ਕੇ ਤੇ ਪੰਥਕ ਭਾਵਨਾਵਾਂ ਨੂੰ ਵੀ ਸਮਝ ਕੇ, ਕਿਉਂਕਿ ਉਹ ਜਿਹੜੀ ਪੋਲੀਟਿਕਸ ਆ, ਜਿਹੜੀ ਆਪਾਂ ਪੰਜਾਬ ਦੀ ਪੋਲੀਟਿਕਸ ਦੀ ਗੱਲ ਕਰਦੇ ਆ, ਇਹ ਸੈਂਟਰ ਦੀ ਪੋਲੀਟਿਕਸ ਤੋਂ ਵੱਖਰੀ ਆ। ਪੰਜਾਬ 'ਚ ਇੱਕ ਮਾਈਨੋਰਿਟੀ ਜਿਹਨੂੰ ਆਪਾਂ ਕਹਿ ਸਕਦੇ ਆ, ਜਾਂ ਇੱਕ ਡਾਇਵਰਸਿਟੀ ਵਸਦੀ ਆ, ਜਿਹੜੀ ਸੈਂਟਰ ਹਮੇਸ਼ਾ ਆਪਦੇ ਆਪ 'ਚ ਆਪਦੀ ਸੈਂਟਰਲ ਪੋਲੀਟਿਕਸ 'ਚ ਮਿਲਾਉਣਾ ਚਾਹੁੰਦੀ ਆ ਉਹਨੂੰ। ਜਾਂ ਸਾਡੇ ਹੋਂਦ ਤੇ ਸਾਡੇ ਸੱਭਿਆਚਾਰ ਤੇ ਜਿਹੜੇ ਹਮਲੇ ਹੁੰਦੇ ਆ ਇਸੇ ਕਰਕੇ ਹੁੰਦੇ ਆ ਵੀ ਸਾਡੀ ਆਪਦੀ ਇੱਕ ਸੱਭਿਆਚਾਰਕ ਹੋਂਦ ਖਤਮ ਹੋ ਜੇ ਤੇ ਅਸੀਂ ਦਿੱਲੀ ਦੇ ਜਿਹੜੀ ਇੱਕ ਹੋਂਦ ਆ, ਚਾਹੇ ਪੋਲੀਟੀਕਲ ਆ ਚਾਹੇ ਸੋਸ਼ਲ, ਜਿਹੜਾ ਉਹ ਇੱਕ ਨੇਸ਼ਨ ਦੀ ਪਾਲਿਸੀ ਲੈ ਕੇ ਚੱਲੇ ਆ, ਉਹਦੇ 'ਚ ਅਸੀਂ ਇਹਨਾਂ ਨੂੰ ਜਜ਼ਬ ਕਰ ਲਈਏ, ਅਸਿਮੀਲੇਟ ਕਰ ਲਈਏ ਜਾਂ ਐਲੀਮੀਨੇਟ ਕਰ ਦਈਏ। ਸੋ ਆਪਾਂ ਗੱਲ ਕਰ ਰਹੇ ਸੀ, ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਹਮੇਸ਼ਾ, ਜਾਂ ਤਾਂ ਉਹਨਾਂ ਨੇ UAPA ਵਾਲੇ ਸਾਡੇ ਤੇ ਕੇਸ ਜਦੋਂ ਪੈਂਦੇ ਆ ਉਹਨਾਂ ਦੀ ਗੱਲ ਕੀਤੀ, ਫਿਰ ਬਾਈਬਲ ਕਲਾ ਗੋਲੀ ਕਾਂਡ ਦੀ ਸਾਡੇ ਨਾਲ ਡਟ ਕੇ ਹਮਾਇਤ ਕੀਤੀ, ਫਿਰ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਜੋ ਹੋਇਆ ਇਹਦੇ ਤੇ ਸਾਡੇ ਨਾਲ ਹਮੇਸ਼ਾ ਖੜੇ ਡਟ ਕੇ ਬੋਲੇ, ਪੰਜਾਬ ਦੇ ਹੱਕਾਂ ਦੀ ਗੱਲ ਕੀਤੀ, ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ। ਅਗਲੀ ਗੱਲ ਹੁਣੇ ਜਦੋਂ BSF ਦਾ ਘੇਰਾ ਇਹਨਾਂ ਨੇ 50 ਕਿਲੋਮੀਟਰ ਤੱਕ ਵਧਾਤਾ, ਉਹਦੇ ਮਸਲੇ ਤੇ ਵੀ ਉਹ ਬੋਲੇ ਤੇ ਸਾਡੇ ਨਾਲ ਖੜੇ। ਹੁਣ ਇਸ ਗੱਲ ਨੂੰ ਆਪਾਂ ਸਮਝੀਏ, ਦੋ ਪਹਿਲੂ ਆ ਇਸ ਗੱਲ ਤੇ, ਦੋ ਜਿਹੜੇ ਪਰਸਪੈਕਟਿਵ ਆ ਉਹ ਕੀ ਆ। ਪਹਿਲਾ ਪਰਸਪੈਕਟਿਵ ਇਹ ਆ ਵੀ ਜਦੋਂ ਸੰਘਰਸ਼ 'ਚ ਜਾਂ ਇੱਕ ਜਿਹੜੀ ਕੌਨਫਲਿਕਟ ਪੋਲੀਟਿਕਸ ਦੇ ਬੰਦੇ, ਜਾਂ ਸਾਡੇ ਵਰਗੇ ਜਦੋਂ 26 ਜਨਵਰੀ ਨੂੰ, ਅੱਜ ਤਾਂ ਸਾਰੇ ਹੀ ਇਹ ਕਹਿ ਰਹੇ ਆ ਨਾ, ਅੱਜ ਤਾਂ ਮੇਘਾਲਿਆ ਦਾ ਇੱਕ BJP ਦਾ ਗਵਰਨਰ ਕਹਿ ਰਿਹਾ ਵੀ ਉੱਥੇ ਸਿੱਖਾਂ ਨੇ ਜਾਂ ਪੰਜਾਬ ਦੇ ਬੰਦਿਆਂ ਨੇ, ਸੰਘਰਸ਼ੀ ਬੰਦਿਆਂ ਨੇ, ਜਦੋਂ ਸ਼੍ਰੀ ਨਿਸ਼ਾਨ ਸਾਹਿਬ ਆਪਣਾ ਉੱਥੇ ਆਪਾਂ ਲਾਇਆ ਤੇ ਕਿਸਾਨੀ ਝੰਡਾ ਲਾਇਆ, ਉਹ ਕੁਛ ਗਲਤ ਨਹੀਂ ਕੀਤਾ। ਜਿਸ ਗੁਰੂ ਨੇ, ਜੋ ਜਗਤ ਦੀ ਚਾਦਰ ਆ, ਹਿੰਦ ਦੀ ਚਾਦਰ ਆ, ਜਿਹਨੇ ਸ਼ਹਾਦਤ ਦਿੱਤੀ ਉੱਥੇ, ਤੇ ਉਹਦੇ ਬੱਚੇ ਜਾ ਕੇ ਉੱਥੇ ਨਿਸ਼ਾਨ ਸਾਹਿਬ ਕਿਉਂ ਨਹੀਂ ਚਲਾ ਸਕਦੇ? ਉਹਨਾਂ ਦਾ ਹੱਕ ਸੀ। ਪਰ ਇਹ ਗੱਲਾਂ 26 ਜਨਵਰੀ ਨੂੰ ਕਿਉਂ ਨਹੀਂ ਬਾਹਰ ਆਈਆਂ? ਇਹ ਗੱਲਾਂ ਅੱਜ ਸਾਡੇ, ਇੱਕ ਗੱਲ ਆਪਾਂ ਹੋਰ ਕਰਾਂਗੇ ਵੀ CM ਜਿਹੜੇ ਮੌਜੂਦਾ ਸਰਦਾਰ ਚੰਨੀ, ਉਹਨਾਂ ਨੇ ਵੀ ਇਹ ਗੱਲ ਕਹੀ ਵੀ 26 ਜਨਵਰੀ ਨੂੰ ਜਿਨ੍ਹਾਂ ਤੇ ਕੇਸ ਪਏ ਸੀ ਉਹਨਾਂ ਨੂੰ ਅਸੀਂ 2-2 ਲੱਖ ਰੁਪਈਆ ਦੇਵਾਂਗੇ, ਜਾਂ 26 ਜਨਵਰੀ ਨੂੰ 86 ਕੁਛ ਬੰਦੇ ਆ ਉਹਨਾਂ ਦੀ, ਉਹਨਾਂ ਨੇ ਆਈਡੈਂਟੀਫਾਈ ਕੀਤਾ ਉਹਨਾਂ ਨੂੰ, ਤੇ ਉਹਨਾਂ ਨੂੰ 2-2 ਲੱਖ ਰੁਪਈਆ ਦੇਵਾਂਗੇ। ਇਹ ਗੱਲ ਆਰਥਿਕ ਨਹੀਂ ਆ ਚੰਨੀ ਸਾਹਿਬ, ਇਹ ਮਸਲੇ ਹੋਂਦ ਦੇ ਆ, ਇਹ ਮਸਲੇ ਪਛਾਣ ਦੇ ਆ, ਇਹ ਮਸਲੇ ਆਪਦੇ ਫਲਸਫੇ ਦੇ ਆ, ਇਹ ਮਸਲੇ ਸਾਡੀ ਸੱਭਿਆਚਾਰਕ ਹੋਂਦ ਦੇ ਆ। ਸੋ ਆਪਾਂ ਆਵਾਂਗੇ ਇਸ ਗੱਲ ਤੇ। ਉਦੋਂ ਪਹਿਲਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਰਹੇ ਸੀ। ਸੋ ਕੌਨਫਲਿਕਟ ਪੋਲੀਟਿਕਸ 'ਚ ਵੀ ਇਹਨਾਂ ਨੇ ਸਾਨੂੰ ਡਾਇਸੈਂਟ ਦੀ ਕੋਈ ਸਪੇਸ ਨਹੀਂ। ਉੱਥੇ ਜੇ ਤੁਸੀਂ ਪੀਸਫੁਲੀ ਬੜੇ ਇੱਕ ਜਾਬਤੇ 'ਚ ਰਹਿ ਕੇ ਸ਼ਾਂਤਮਈ
ਤੁਸੀਂ ਇਸ ਸਰਕਾਰ ਤੇ ਜਾਂ ਇਸ ਸਟੇਟ ਦੇ ਇਹਨਾਂ ਨੂੰ ਜਗਾਓਗੇ, ਇੱਕ ਆਵਾਜ਼ ਬੁਲੰਦ ਕਰੋਗੇ ਆਪਦੇ ਹੱਕਾਂ ਲਈ, ਤੁਹਾਡੀ ਕੋਈ ਜਗ੍ਹਾ ਨਹੀਂ ਹੈ ਉੱਥੇ। ਸਾਨੂੰ ਦਿਖਾਇਆ 26 ਜਨਵਰੀ ਨੂੰ ਹਰ ਯੂਨਿਟ ਸਾਡੇ ਉਲਟ ਭੁਗਤਿਆ, ਇੱਥੋਂ ਤੱਕ ਕਿ ਸਾਡੇ ਆਪਦੇ ਕਿਸਾਨ ਆਗੂ ਸਾਡੇ ਉਲਟ ਭੁਗਤ ਗਏ। ਤੁਹਾਡੇ ਯਾਦ ਹੋਣਾ ਜਦੋਂ ਚੜੂਨੀ ਸਾਹਿਬ ਵੀ ਇਹ ਗੱਲਾਂ ਕਰ ਗਏ ਸੀ ਵੀ 26 ਨੂੰ ਜੋ ਅਸੀਂ ਕੀਤਾ ਉਸ ਕਰਕੇ ਤਾਂ 84 ਵਾਪਰ ਜਾਣੀ ਸੀ। ਮਤਲਬ ਜਦੋਂ ਤੁਸੀਂ ਆਪਦੇ ਹੱਕ ਲੈਣ ਵਾਸਤੇ ਆਵਾਜ਼ ਬੁਲੰਦ ਕਰੋਗੇ, ਕੋਈ ਇੱਕ ਐਕਸਪ੍ਰੈਸ਼ਨ ਆਪਦਾ ਜ਼ਾਹਰ ਕਰੋਗੇ, ਤੁਹਾਡੇ ਤੇ 84 ਵਾਪਰ ਜੂਗੀ। ਸੋ ਇਹਦਾ ਮਤਲਬ ਇਹ ਹੋਇਆ ਵੀ ਤੁਸੀਂ ਆਪਦੇ ਹੱਕ ਨਾ ਮੰਗਿਓ, ਤੁਸੀਂ ਆਪਦੀ ਆਵਾਜ਼ ਨਾ ਬੁਲੰਦ ਕਰਿਓ, ਨਹੀਂ ਤਾਂ 84 ਵਾਪਰ ਜੂਗੀ। ਦੇਖੋ, ਵਿਕਟਮ ਨੂੰ ਡਰਾ ਕੇ ਰੱਖਣਾ, ਅਸੀਂ ਤਾਂ ਵਿਕਟਮ ਆ ਨਾ। 84 ਸਾਡੇ ਤੇ ਜੋ ਵਾਪਰੀ, ਅਸੀਂ ਉਹ ਭੋਗੀ ਆ, ਇੱਕ ਨਸ਼ਲਕੁਸ਼ੀ ਭੋਗੀ ਆ, ਤੇ ਤੁਸੀਂ ਸਾਨੂੰ ਹੀ ਕਹੀ ਜਾਓ ਤੁਹਾਡੇ ਤੇ 84 ਵਾਪਰ ਜੂ ਜੇ ਤੁਸੀਂ ਆਪਦੇ ਹੱਕ ਲੈਣ ਦੀ ਗੱਲ ਕੀਤੀ। ਅਗਲੀ ਗੱਲ, ਉਹਦੇ ਕੋਈ ਮੇਨ ਸਟ੍ਰੀਮ ਪੋਲਿਟਿਕਸ ਦਾ ਬੰਦਾ ਹੋਵੇ, ਕੋਈ ਸਮਾਜ ਸੇਵੀ ਹੋਵੇ, ਕੋਈ ਬੰਦਾ ਇਸ ਸਾਰੇ ਦੇਸ਼ ਦਾ, ਇੰਡੀਆ ਦਾ ਕਿਸੇ ਤਰ੍ਹਾਂ ਦਾ ਵੀ ਕਿਸੇ ਪੋਲੀਟੀਕਲ ਪਾਰਟੀ 'ਚ ਉਹਦੀ ਸ਼ਮੂਲੀਅਤ ਹੋਵੇ, ਹਰ ਯੂਨਿਟ ਨੇ ਸਾਡੇ ਉਲਟ ਆ ਕੇ ਗੱਲ ਕੀਤੀ। 26 ਜਨਵਰੀ ਨੂੰ ਇੱਕ ਹਿੰਸਾ ਦੱਸਿਆ ਤੇ ਉੱਥੇ ਸਾਨੂੰ ਮੁੱਖ ਆरोपी ਦੀ ਤਰ੍ਹਾਂ ਪੇਸ਼ ਕੀਤਾ ਗਿਆ ਵੀ 26 जनवरी के जो हिंसा हुई थी उसके ये मुख्य आरोपी हैं। इस तरह सानू पेश किया। उदों कोई नहीं बोलिया, उदे क्यों हवा उल्ट वग रही सी, ये नैरेटिव उल्ट सी थोड़े। ये गल जिहड़ी एक भाषा यूज हुंदी है ना, ते उत्थे हमेशा ये गल्लां कीतियां जांदियां भी भेडां है ना। हालांकि आई डोंट स्पीक लाइक दैट्स नॉट माई वे ऑफ टॉकिंग, बट आई हैव टू यूज दिस वर्ड। हुण ये गल पक्की हुंदी है भी जिहड़ा एक पॉपुलर नैरेटिव होवे ना, पॉपुलर नैरेटिव दे वल ही लोकां ने तुरना हुंदा, पर वो तुरदे आ जिहड़े भेडां हुंदियां। सो इस करके गल पॉपुलर नैरेटिव की आ ये ना देखो, गल सिद्धांतक ते सही की आ ये देखो। तो 26 जनवरी ਨੂੰ ਜਾਂ 27 ਜਨਵਰੀ ਨੂੰ ਜਾਂ ਉਸ ਵੇਲੇ ਜਦੋਂ ਸਾਨੂੰ ਜ਼ਰੂਰਤ ਸੀ ਕੋਈ ਨਹੀਂ ਖੜਿਆ। ਜਦੋਂ ਅਸੀਂ ਇਹ ਗੱਲ ਕਰਕੇ ਪੂਰਾ ਨੈਰੇਟਿਵ ਬਦਲਤਾ ਵੀ 26 ਜਨਵਰੀ ਨੂੰ ਜੋ ਹੋਇਆ ਸੀ ਕੁਝ ਗਲਤ ਨਹੀਂ ਹੋਇਆ, ਅਸੀਂ ਨਾ ਕੋਈ ਹਿੰਸਾ ਕੀਤੀ, ਨਾ ਕੋਈ ਮਿੱਥ ਕੇ ਗਿਆ ਸੀ ਉੱਥੇ, ਅਸੀਂ ਸਿਰਫ ਆਪਦਾ ਇੱਕ ਐਕਸਪ੍ਰੈਸ਼ਨ ਜ਼ਾਹਰ ਕੀਤਾ ਸੀ। ਇੱਕ ਖਾਲੀ ਲਾਲ ਕਿਲੇ ਦੇ ਪੋਲ ਤੇ ਕਿਸਾਨੀ ਝੰਡਾ ਤੇ ਨਿਸ਼ਾਨ ਸਾਹਿਬ ਜਦੋਂ ਸੰਗਤ ਨੇ ਜਾ ਕੇ ਲਾਤਾ, ਤੇ ਅੱਜ ਜੇ ਉਹ ਨੈਰੇਟਿਵ ਬਦਲਿਆ ਗਿਆ, ਅੱਜ ਹਰ ਬੰਦਾ ਇਹ ਮੰਨਦਾ ਵੀ ਕੁਝ ਗਲਤ ਨਹੀਂ ਹੋਇਆ ਸੀ, ਤੇ ਹੁਣ ਸਾਰੇ ਸਾਡੇ ਹੱਕ 'ਚ ਭੁਗਤ ਰਹੇ ਆ। ਸੋ ਜਿਹੜੀ ਗੱਲ ਆਪਾਂ ਕਰ ਰਹੇ ਸੀ ਕੌਨਫਲਿਕਟ ਪੋਲਿਟਿਕਸ 'ਚ, ਜਦੋਂ ਤੁਸੀਂ ਆਪਦੇ ਹੱਕ ਮੰਗੋਗੇ ਕੇਰਾਂ ਤਾਂ ਇਹਨਾਂ ਨੇ ਤੁਹਾਨੂੰ ਇਹ ਕਹਿਣਾ ਵੀ ਤੁਹਾਡੇ ਤੇ ਤਾਂ 84 ਵਾਪਰ ਜਾਣੀ ਆ, ਤੁਸੀਂ ਇਹ ਕੰਮ ਨਾ ਕਰਿਓ। ਇਹਦਾ ਮਤਲਬ ਉੱਥੇ ਸਾਡੀ ਕੋਈ ਸਪੇਸ ਨਹੀਂ ਆ। ਪੰਜਾਬ ਪੱਖੀ ਗੱਲ ਕਰੋਗੇ ਜਾਂ ਤੁਸੀਂ ਸੰਘਰਸ਼ੀ ਬੰਦਿਆਂ ਦੇ ਪੱਖੀ ਗੱਲ ਕਰੋਗੇ, ਆਪਦੇ ਹੱਕ ਮੰਗੋਗੇ, ਆਪਦੀ ਆਵਾਜ਼ ਬੁਲੰਦ ਕਰੋਗੇ, ਕੋਈ ਸਪੇਸ ਨਹੀਂ ਦੇਣਗੇ। ਉਸੇ ਤਰ੍ਹਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਪੱਖੀ ਗੱਲਾਂ ਮੇਨ ਸਟ੍ਰੀਮ ਪੋਲਿਟਿਕਸ 'ਚ ਰਹਿੰਦੇ ਹੋਏ ਕੀਤੀਆਂ। ਅੱਜ ਚਾਹੇ ਉਹ ਕਾਂਗਰਸ 'ਚ ਚਲੇ ਗਏ, ਇਹ ਨਾ ਆਪਾਂ ਦੇਖੀਏ ਵੀ ਉਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ, ਇਹ ਜ਼ਰੂਰ ਦੇਖੀਏ ਵੀ ਉਹਨਾਂ ਦੇ ਸਟੈਂਡ ਕੀ ਰਹੇ ਆ। ਅਸੀਂ ਇਹ ਨਹੀਂ ਭੁੱਲ ਸਕਦੇ ਉਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਪੰਜਾਬ 'ਚ ਉਹ ਬੰਦੇ ਇਕੱਠੇ ਹੋ ਜਾਣ ਜਿਹੜੇ ਪੰਜਾਬ ਪੱਖੀ ਪੋਲਿਟਿਕਸ ਕਰਨਾ ਚਾਹੁੰਦੇ ਆ, ਪਰ ਕੋਈ ਅੱਗੇ ਨਹੀਂ ਆਇਆ। ਤਾਂ ਹਾਰ ਕੇ ਉਹਨਾਂ ਨੇ ਕਾਂਗਰਸ ਵੱਲ ਨੂੰ ਆਪਦਾ ਜਾਂ ਉਸ ਸੈਂਟਰਲ ਪੋਲਿਟਿਕਸ ਦੇ ਵਿੱਚ ਰਹਿ ਕੇ ਇਹ ਸੋਚਿਆ ਵੀ ਮੈਂ ਉਹ ਸੈਂਟਰਲ ਪੋਲਿਟਿਕਸ ਜਾਂ ਕਿਸੇ ਸੈਂਟਰ ਦੀ ਪਾਰਟੀ ਦੇ ਨਾਲ ਰਹਿ ਕੇ ਪੰਜਾਬ ਪੱਖੀ ਗੱਲ ਕਰ ਲੂੰਗਾ, ਪਰ ਇਹ ਗੱਲ ਪੋਸੀਬਲ ਹੀ ਨਹੀਂ ਆ। ਉਹਨਾਂ ਨੇ ਦਿਖਾਤਾ। ਸੋ ਸਾਨੂੰ ਇੱਕ ਮੈਸੇਜ ਦਿੱਤਾ ਵੀ ਤੁਹਾਡੀ ਹਰ ਆਵਾਜ਼ ਨੂੰ ਅਸੀਂ, ਜਿਹੜੀ ਵੀ ਆਵਾਜ਼ ਤੁਹਾਡੀ ਹੱਕਾਂ ਲਈ ਉੱਠਦੀ ਆ, ਉਹਨੂੰ ਅਸੀਂ ਚੁੱਪ ਕਰਾ ਦਾਂਗੇ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਸਮਝੀਏ, ਜਿਹੜੇ ਵੀ ਸਾਡੇ ਇੰਟੈਲੈਕਚੁਅਲ ਬੰਦੇ ਆ, ਜਿਹੜੇ ਬੁੱਧੀਜੀਵੀ ਆ, ਜਿਹੜੇ ਸਕਾਲਰਸ ਆ, ਉਹਨਾਂ ਨੂੰ ਮੈਂ ਇਹ ਕਹਿ ਰਿਹਾ ਵੀ ਇਹ ਨਾ ਦੇਖੋ ਕਿਸ ਪਾਰਟੀ ਨੂੰ ਬਿਲੋਂਗ ਕਰਦੇ ਆ ਉਹ, ਇਹ ਦੇਖੋ ਵੀ ਉਹਨਾਂ ਨੇ ਅੱਜ ਤੱਕ ਪੰਜਾਬ ਪੱਖੀ ਗੱਲਾਂ ਕੀਤੀਆਂ, ਸਾਡੇ ਹੱਕ 'ਚ ਖੜੇ ਆ। ਸੋ ਇਸ ਕਰਕੇ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ 'ਚ ਸਾਨੂੰ ਖੜਨਾ ਚਾਹੀਦਾ, ਸਪੋਰਟ ਕਰਨੀ ਚਾਹੀਦੀ ਆ, ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਜੇ ਅਸੀਂ ਨਾ ਕੀਤੀ, ਜੇ ਅਸੀਂ ਚੁੱਪ ਰਹੇ, ਚੁੱਪ ਰਹਿਣਾ ਹੱਲ ਨਹੀਂ ਆ। ਜੇ ਅਸੀਂ ਚੁੱਪ ਰਹੇ, ਲੋਕਾਂ ਨੇ ਸਾਨੂੰ ਮਾਫ ਨਹੀਂ ਕਰਨਾ, ਸਾਡੀਆਂ ਪੁਸ਼ਤਾਂ ਨੂੰ ਮਾਫ ਨਹੀਂ ਕਰਨਾ। ਅਸੀਂ ਪੰਜਾਬ ਤੋਂ, ਪੰਜਾਬ ਦੀ ਸਰਜ਼ਮੀਨ ਤੋਂ, ਆਪਦੀ ਮਿੱਟੀ ਤੋਂ ਭੱਜਾਂਗੇ, ਆਪਦੀ ਜ਼ਮੀਰ ਤੋਂ ਭੱਜਾਂਗੇ, ਇਹ ਯਾਦ ਰੱਖ ਲਓ। ਸੋ ਪਹਿਲੀ ਗੱਲ, ਇਸ ਡਾਇਸੈਂਟ ਨੂੰ ਸਰਕਾਰ ਨੂੰ ਵੀ ਤੇ ਸਟੇਟ ਨੂੰ ਵੀ ਮੰਨਣਾ ਪੈਣਾ। ਇਸ ਪੀਸਫੁਲ ਡਾਇਸੈਂਟ ਨੂੰ ਸਪੇਸ ਦੇਣੀ ਪੈਣੀ ਆ, ਇਹ ਤੋਂ ਬਿਨਾ ਕੋਈ ਹੱਲ ਨਹੀਂ ਆ। ਨਹੀਂ ਤਾਂ ਬਹੁਤ ਵੱਡਾ ਤਣਾਅ ਤੇ ਟਕਰਾਅ ਆਪ ਪੈਦਾ ਕਰ ਰਹੇ ਆ ਇਹ, ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ। ਸੋ ਪਹਿਲੀ ਗੱਲ
ਇੱਥੇ ਖਤਮ ਕਰਦੇ ਆ। ਦੂਜੀ ਗੱਲ ਨਾਲ ਹੀ ਲੱਗਦੇ ਆਪਾਂ ਜਿਸ ਗੱਲ ਤੇ ਆਉਣੇ ਆ ਉਹ ਇਹ ਆ ਵੀ ਸਾਡੇ ਆਨਰੇਬਲ ਜੋ ਚੀਫ ਮਿਨਿਸਟਰ ਸਾਹਿਬ ਆ, ਉਹਨਾਂ ਨੇ ਇੱਕ ਦੋ ਬਿਆਨ ਇਹੋ ਜਿਹੇ ਦਿੱਤੇ ਜਿਹਦੇ ਕਰਕੇ ਮੈਨੂੰ ਇਹ ਗੱਲ ਬੋਲਣੀ ਪੈ ਰਹੀ ਆ। ਪਹਿਲੀ ਗੱਲ ਉਹਨਾਂ ਨੇ ਇਹ ਕਹੀ ਵੀ 2-2 ਲੱਖ ਰੁਪਈਆ ਉਹਨਾਂ ਨੂੰ ਕਿਸਾਨਾਂ ਨੂੰ ਦੇਵਾਂਗੇ ਜਿਨ੍ਹਾਂ ਤੇ 26 ਜਨਵਰੀ ਨੂੰ ਕੇਸ ਪਿਆ ਸੀ। ਚੰਨੀ ਸਾਹਿਬ ਨੂੰ ਇੱਕ ਗੱਲ ਆਪਾਂ ਕਹੀਏ ਵੀ ਇਹ ਮਸਲੇ ਨੂੰ ਤੁਸੀਂ ਸਮਝੋ, ਇਹ ਕੋਈ ਆਰਥਿਕ ਮਸਲਾ ਨਹੀਂ ਸੀ, ਨਾ ਆਰਥਿਕ ਲੜਾਈ ਸੀ। ਇਹ ਮਸਲਾ ਸਾਡੀ ਹੋਂਦ ਦਾ, ਸਾਡੀ ਪਛਾਣ ਦਾ, ਸਾਡੀ ਈਵਨ ਪੋਲੀਟੀਕਲ ਜਿਹੜੀ ਇੱਕ ਗਰਾਊਂਡ ਉਹਦਾ। ਕਿਉਂਕਿ ਜੇ ਪੰਜਾਬ ਦੀ ਰੈਲੇਵੈਂਟ ਪੋਲਿਟਿਕਸ ਰੱਖਣੀ ਹੈ ਨਾ, ਜਿਹੜੇ ਤੁਸੀਂ ਕੁਰਸੀ ਤੇ ਬੈਠੇ ਹੋ ਉਸ ਕੁਰਸੀ ਨੂੰ ਜੇ ਤੁਸੀਂ ਰੈਲੇਵੈਂਟ ਰੱਖਣਾ ਤੇ ਵਾਰ-ਵਾਰ ਦਿੱਲੀ ਵੱਲ ਨੂੰ ਕਾਰਾਂ ਨਹੀਂ ਭਜਾਉਣੀਆਂ ਪੈਣੀਆਂ ਜਾਂ ਤੁਹਾਨੂੰ ਹੈਲੀਕਾਪਟਰਾਂ ਤੇ ਚੜ੍ਹ ਕੇ ਛੋਟੀ ਜੀ ਗੱਲ ਖਾਤਰ ਦਿੱਲੀ ਨਾ ਜਾਣਾ ਪਵੇ, ਤਾਂ ਫਿਰ ਮਸਲੇ ਨੂੰ ਸਮਝੋ। ਕਿਉਂਕਿ ਨਾਲ ਤੁਸੀਂ ਇੱਕ ਗੱਲ ਹੋਰ ਕਹੀ ਆ ਵੀ ਅਕਾਲੀ ਦਲ ਅੱਜ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਉਹਦੀ ਗੱਲ ਕਰ ਰਿਹਾ। ਇਸ ਮਤੇ ਨੂੰ ਅੱਗੇ ਕਰਕੇ ਲੋਕਾਂ ਨੂੰ ਭੜਕਾਇਆ ਗਿਆ ਸੀ ਤੇ ਲੋਕਾਂ ਦਾ ਘਾਣ ਕੀਤਾ, ਉਹਨਾਂ ਦੀਆਂ ਜ਼ਿੰਦਗੀਆਂ ਦਾ ਘਾਣ ਕੀਤਾ। ਇਹ ਸਟੇਟਮੈਂਟ ਥੋੜੀ ਜੀ ਆਪਾਂ ਇਹਨੂੰ ਐਨਾਲਾइज करिए। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।